ਤੇ ਕਰੋਨਾ ਨੂੰ ਲੈ ਕੇ ਅੱਜ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਇੱਕ ਰਿਵਿਊ ਮੀਟਿੰਗ ਵੀ ਸੱਦੀ ਗਈ ਸੀ। ਬਲਬੀਰ ਸਿੰਘ ਸਿੱਧੂ ਤੇ ਭਾਰਤ ਭੂਸ਼ਣ ਆਸ਼ੂ ਦੋ ਮੰਤਰੀ ਇਸ ਬੈਠਕ ਦੇ ਵਿੱਚ ਮੌਜੂਦ ਰਹੇ। ਦੋਨਾਂ ਮੰਤਰੀਆਂ ਦਾ ਜ਼ਿਕਰ ਇਸ ਲਈ ਵੀ ਹੋ ਰਿਹਾ ਕਿ ਬੈਠਕ ਦੇ ਵਿੱਚ ਚੀਫ ਸੈਕਟਰੀ ਵੀ ਮੌਜੂਦ ਸਨ ਔਰ ਪਿਛਲੀ ਕੈਬਨਿਟ ਮੀਟਿੰਗ ਦੇ ਵਿੱਚ ਬਕਾਇਦਾ ਮੰਤਰੀਆਂ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਸੀ ਸਰਬਸੰਮਤੀ ਨਾਲ ਕਿ ਜਿਸ ਬੈਠਕ ਦੇ ਵਿੱਚ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਮੌਜੂਦ ਹੋਣਗੇ ਉਸ ਬੈਠਕ ਦੇ ਵਿੱਚ ਕੋਈ ਵੀ ਮੰਤਰੀ ਸ਼ਾਮਲ ਨਹੀਂ ਹੋਏਗਾ। ਪਰ ਅੱਜ ਦੋ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਭਾਰਤ ਭੂਸ਼ਣ ਆਸ਼ੂ ਇਸ ਬੈਠਕ ਦਾ ਹਿੱਸਾ ਬਣੇ। ਰਿਵਿਊ ਮੀਟਿੰਗ ਸੀ। ਕੇਂਦਰ ਦੀਆਂ ਗਾਈਡਲਾਈਨਸ ਦੇ ਬਾਰੇ ਵੀ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਲਾਗੂ ਕਰਨੀਆਂ ਨੇ ਔਰ ਅੱਗੇ ਕਰੋਨਾ ਨੂੰ ਲੈ ਕੇ ਕਿਸ ਤਰੀਕੇ ਨਾਲ ਸਟੈਪ ਚੱਕੇ ਜਾਣੇ ਨੇ ਇਸ ਬਾਬਤ ਵੀ। ਸੋ ਅੱਜ ਇਸ ਮੀਟਿੰਗ ਦੇ ਵਿੱਚ ਦੋ ਮੰਤਰੀ ਵੀ ਸ਼ਾਮਲ ਹੋਏ, ਚੀਫ ਸੈਕਟਰੀ ਵੀ ਸ਼ਾਮਲ ਹੋਏ, ਸਿਹਤ ਮਹਿਕਮੇ ਨਾਲ ਜੁੜੇ ਅਫਸਰ ਹੋਰ ਜਿਹੜੇ ਆਗੂ ਨੇ ਉਹ ਵੀ ਸ਼ਾਮਲ ਹੋਏ ਔਰ ਅੱਗੇ ਦੀ ਰਣਨੀਤੀ ਤੇ ਇਸ ਬੈਠਕ ਦੇ ਵਿੱਚ ਚਰਚਾ ਕੀਤੀ ਗਈ। ਸੋ ਅੱਜ ਇੱਕ ਮੀਟਿੰਗ ਮੁੱਖ ਮੰਤਰੀ ਨਿਵਾਸ ਤੇ ਹੋਈ ਹੈ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਔਰ ਇਸ ਦੇ ਵਿੱਚ ਦੋ ਮਿਨਿਸਟਰ ਸ਼ਾਮਲ ਹੋਏ ਨੇ। ਪੰਕਜ ਕਬਾਈ ਮੇਰੇ ਸਹਿਯੋਗੀ ਜੁੜੇ ਹੋਏ ਨੇ ਫੋਨ ਲਾਈਨ ਤੇ। ਪੰਕਜ, ਪਹਿਲਾਂ ਤਾਂ ਮੀਟਿੰਗ ਬਾਰੇ ਜਾਨਣਾ ਚਾਹਾਂਗੇ ਕਿ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਹੈ, ਸਿੱਟਾ ਕੀ ਨਿਕਲਿਆ, ਕੀ ਕੁਝ ਅੱਗੇ ਫਰਦਰ ਜਿਹੜੀ ਸਰਕਾਰ ਦੀ ਰਣਨੀਤੀ ਹੈ ਕਿਸ ਤਰੀਕੇ ਦੀ ਰਹੇਗੀ, ਖਾਸ ਤੌਰ ਤੇ ਕੋਵਿਡ ਨੂੰ ਲੈ ਕੇ ਜੋ ਵੀ ਸਟੈਪ ਚੱਕੇ ਜਾ ਰਹੇ ਨੇ। ਅਵਜਪਾਲ, ਇਸ ਮੀਟਿੰਗ ਦੇ ਵਿੱਚ ਦੋ ਅਹਿਮ ਪੁਆਇੰਟ ਨੇ। ਇੱਕ ਤਾਂ ਜੋ ਰੋਲਾ ਪਿਆ ਹੋਇਆ ਸੀਗਾ ਚੀਫ ਸੈਕਟਰੀ ਵਰਸਸ ਮੰਤਰੀ, ਔਰ ਮੰਤਰੀਆਂ ਨੇ ਜਿਹੜਾ ਕਿਹਾ ਸੀਗਾ ਕਿ ਅਗਰ ਚੀਫ ਸੈਕਟਰੀ ਮੀਟਿੰਗ 'ਚ ਰਹਿਣਗੇ ਤਾਂ ਉਹ ਨਹੀਂ ਮੌਜੂਦ ਰਹਿਣਗੇ। ਹਾਲਾਂਕਿ ਇਹ ਚੰਨੀ ਹੋਰਾਂ ਨੇ ਜਾਂ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਗੱਲ ਕਹੀ ਸੀ, ਲੇਕਿਨ ਅੱਜ ਦੀ ਮੀਟਿੰਗ ਦੇ ਵਿੱਚ ਰਿਵਿਊ ਮੀਟਿੰਗ ਸੀਗੀ। ਇਸ ਵਿੱਚ ਬਲਬੀਰ ਸਿੱਧੂ ਔਰ ਭਾਰਤ ਭੂਸ਼ਣ ਆਸ਼ੂ ਜਿੱਥੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਜੁੜੇ, ਉੱਥੇ ਹੀ ਚੀਫ ਸੈਕਟਰੀ ਵੀ ਇਸ ਬੈਠਕ ਦਾ ਹਿੱਸਾ ਜਿਹੜਾ ਹੋ ਰਹੇ ਨੇ। ਔਰ ਇਸ ਦੇ ਵਿੱਚ ਇੱਕ ਤਾਂ ਕਿਉਂਕਿ ਕਰਫਿਊ ਕੱਲ ਤੋਂ ਖੁੱਲ ਗਿਆ ਔਰ ਅੱਜ ਪਹਿਲਾ ਦਿਨ ਸੀਗਾ ਲੋਕਡਾਊਨ ਦਾ, ਕਿਹੋ ਜਿਹੇ ਹਾਲਾਤ ਨੇ ਉਸ ਮੁਤਲਕ ਗੱਲਬਾਤ ਹੋਈ ਹੈ। ਔਰ ਦੂਸਰਾ ਜੋ ਮਜ਼ਦੂਰ ਲਗਾਤਾਰ ਜਾ ਰਹੇ ਨੇ ਔਰ ਮਜ਼ਦੂਰਾਂ ਨੂੰ ਲੈ ਕੇ ਸਰਕਾਰ ਦਾ ਕੀ ਕੁਝ ਐਕਸ਼ਨ ਪਲਾਨ ਅੱਗੇ ਰਹਿਣ ਵਾਲਾ ਹੈ, ਕਿਉਂਕਿ ਅੱਗੋਂ ਝੋਨੇ ਦੀ ਫਸਲ ਜਿਹੜੀ ਉਹ ਲਗਾਈ ਜਾਣੀ ਹੈ ਔਰ ਮਜ਼ਦੂਰਾਂ ਦੀ ਕਾਫੀ ਜ਼ਰੂਰਤ ਪੈਣੀ ਹੈ। ਤਾਂ ਇਸੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿ ਮਨਰੇਗਾ ਦੇ ਤਹਿਤ ਜਿਹੜਾ ਵਾ ਖਾਸ ਤੌਰ ਤੇ ਖਿਆਲ ਜਿਹੜਾ ਵਾ ਉਹ ਮਜ਼ਦੂਰਾਂ ਦਾ ਵੀ ਰੱਖਿਆ ਜਾਵੇ ਔਰ ਕਿਸਾਨਾਂ ਦਾ ਵੀ ਖਿਆਲ ਰੱਖਿਆ ਜਾਵੇ। ਔਰ ਇਸ ਦੇ ਨਾਲ ਜੋ ਇਹ ਵੀ ਨਜ਼ਰ ਆਇਆ ਕਿ ਹੁਣ ਬੱਸ ਸਰਵਿਸਿਜ਼ ਜਿਹੜੀ ਹੈ ਉਹ ਖੋਲ ਦਿੱਤੀ ਗਈ ਹੈ। ਕੰਡੀਸ਼ਨਾਂ ਕੁਝ ਜ਼ਰੂਰ ਰੱਖੀਆਂ ਨੇ, ਅਗਰ ਇੱਕ ਬੱਸ 50 ਸੀਟਰ ਹੈ ਤਾਂ 25 ਸੀਟਰ ਜਿਹੜੇ ਆ ਉਹ ਆ ਸਕਣਗੇ। ਤਾਂ ਉਸ ਮੁਤਲਕ ਵੀ ਚਰਚਾ ਜਿਹੜੀ ਹੈ ਹੋਈ ਹੈ ਕਿ ਕਿਵੇਂ ਇਸ ਦੇ ਸਿੱਟੇ ਕੀ ਨਿਕਲ ਸਕਦੇ ਨੇ। ਔਰ ਇਸ ਦੇ ਨਾਲ ਹੈਲਥ ਮਿਨਿਸਟਰੀ ਵੱਲੋਂ ਵੀ ਆਪਣੀ ਰਿਪੋਰਟ ਜਿਹੜੀ ਉਹ ਮੁੱਖ ਮੰਤਰੀ ਨੂੰ ਸਬਮਿਟ ਕੀਤੀ ਗਈ ਹੈ ਕਿ ਕਿਵੇਂ ਪਿਛਲੇ ਦਿਨਾਂ 'ਚ ਕਿੰਨੇ ਟੈਸਟ ਹੋਏ ਨੇ ਔਰ ਕਿਹੜੇ ਕਦਮ ਜਿਹੜੇ ਨੇ ਉਹ ਮੰਤਰਾਲੇ ਵੱਲੋਂ ਜਿਹੜੇ ਨੇ ਉਹ ਚੁੱਕੇ ਜਾ ਰਹੇ ਨੇ। ਔਰ ਇਸ ਦੇ ਨਾਲ ਭਾਰਤ ਭੂਸ਼ਣ ਆਸ਼ੂ ਹੋਰਾਂ ਨੇ ਵੀ ਕਿ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਜਿਹੜੀ ਕਣਕ ਪਹੁੰਚ ਰਹੀ ਹੈ ਕਿਸ ਤਰੀਕੇ ਦੇ ਨਾਲ ਪਹੁੰਚ ਰਹੀ ਹੈ ਔਰ ਜਿਹੜੀ ਮੰਡੀਆਂ 'ਚ ਕੇਂਦਰ ਸਰਕਾਰ ਵੱਲੋਂ ਜਾਂ ਫਿਰ ਇਹ ਕਹੀਏ ਕਿ ਜੋ FCI ਵੱਲੋਂ ਕਣਕ ਚੁੱਕੀ ਜਾਂਦੀ ਹੈ ਉਹ ਕਿਸ ਤਰੀਕੇ ਦੇ ਨਾਲ ਚੁੱਕੀ ਜਾ ਰਹੀ ਹੈ, ਉਹ ਸਾਰੀਆਂ ਚਰਚਾਵਾਂ ਨੂੰ ਲੈ ਕੇ ਇਸ ਵੇਲੇ ਜਿਹੜੀ ਹੈ ਰਿਵਿਊ ਬੈਠਕ ਹੋਈ ਹੈ। ਔਰ ਕੁਝ ਕੇਂਦਰ ਦੀਆਂ ਗਾਈਡਲਾਈਨਸ ਤੋਂ ਹਟ ਕੇ ਕੋਈ ਡਿਸੀਜਨ ਲਏ ਗਏ ਨੇ ਪੰਕਜ? ਕੁਝ ਉਸ ਦੇ ਵਿੱਚ ਜਿਹੜੀਆਂ ਕੇਂਦਰ ਦੀਆਂ ਰਿਲੈਕਸੇਸ਼ਨ ਹੈ ਉਸ ਨੂੰ ਹੂਬਹੂ ਲਾਗੂ ਕਰਨ ਬਾਰੇ ਜਾਂ ਉਸ ਦੇ ਵਿੱਚ ਕੁਝ ਕਟੌਤੀ ਕਰਨ ਬਾਰੇ ਐਸੀ ਗੱਲਬਾਤ ਹੋਈ ਹੈ? ਵਿਜੇਪਾਲ, ਕਿਉਂਕਿ ਜਦੋਂ ਕਰਫਿਊ ਹੁੰਦਾ ਤਾਂ ਉਦੋਂ ਥੋੜੀ ਸਖਤੀ ਜਿਹੜੀ ਹੈ ਜਾਂ ਫਿਰ ਸੂਬਾ ਸਰਕਾਰਾਂ ਜ਼ਿਆਦਾ ਆਪਣੇ ਪੱਧਰ ਤੇ ਫੈਸਲੇ ਲੈਂਦੀਆਂ ਨੇ, ਲੇਕਿਨ ਹੁਣ ਕਿਉਂਕਿ ਅੱਜ ਤੋਂ ਲੋਕਡਾਊਨ ਸ਼ੁਰੂ ਹੋ ਗਿਆ ਔਰ ਲੋਕਡਾਊਨ 'ਚ ਜ਼ਿਆਦਾਤਰ ਜੋ ਕੇਂਦਰ ਸਰਕਾਰ ਦੇ ਗਾਈਡਲਾਈਨਸ ਹੁੰਦੀਆਂ ਨੇ, ਕਿਉਂਕਿ ਕੱਲ ਕੇਂਦਰ ਸਰਕਾਰ ਦੀਆਂ ਰਾਤ 8:30 ਵਜੇ ਦੇ ਕਰੀਬ ਗਾਈਡਲਾਈਨ ਆਈਆਂ ਔਰ ਉਸ ਤੋਂ ਬਾਅਦ 11:40 ਦੇ ਕਰੀਬ ਕੇਂਦਰ ਸਰਕਾਰ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣੀ ਗਾਈਡਲਾਈਨ ਜਾਰੀ ਕੀਤੀਆਂ। ਤਾਂ ਉਸ ਗਾਈਡਲਾਈਨ ਨੂੰ ਲੈ ਕੇ ਇੰਪਲੀਮੈਂਟ ਕਿਵੇਂ ਕੀਤਾ ਜਾਵੇ, ਖਾਸ ਤੌਰ ਤੇ ਜਿਹੜੀ ਗੱਲਬਾਤ ਹੋ ਰਹੀ ਹੈ ਕਿ ਬੱਸ ਸੇਵਾ ਜਾਂ ਫਿਰ ਕੇਂਦਰ ਸਰਕਾਰ ਨੇ ਇਹ ਵੀ ਕਿਹਾ ਕਿ ਇੱਕ ਸੂਬੇ ਤੋਂ ਦੂਜੇ ਸੂਬੇ ਤੱਕ ਬੱਸਾਂ ਚੱਲ ਸਕਣਗੀਆਂ। ਹਾਲਾਂਕਿ ਆਖਰੀ ਫੈਸਲਾ ਸੂਬਾ ਸਰਕਾਰਾਂ ਨੇ ਲੈਣਾ ਹੈ ਕਿ ਇੱਕ ਸੂਬੇ ਤੋਂ ਦੂਜੇ ਸੂਬੇ ਕਿਵੇਂ ਚਲਾਈਆਂ ਜਾਣ। ਤਾਂ ਉਸ ਮੁਤਲਕ ਵੀ ਗੱਲਬਾਤ ਜਿਹੜੀ ਹੈ ਉਹ ਇਸ ਬੈਠਕ ਦੇ ਵਿੱਚ ਅਧਿਕਾਰੀਆਂ ਪੱਧਰ ਤੇ ਜਾਂ ਫਿਰ ਜਿਹੜੇ ਦੋ ਮਿਨਿਸਟਰ ਬੈਠੇ ਸੀਗੇ ਉਹਨਾਂ ਦੀ ਹੋਈ ਹੈ ਜੀ। ਅੱਛਾ, ਸਭ ਤੋਂ ਅਹਿਮ ਸਵਾਲ ਪੰਕਜ ਕਿ ਜਿਹੜਾ ਮੰਤਰੀਆਂ ਨੇ ਕਿਹਾ ਸੀ, ਬਕਾਇਦਾ ਇੱਕ ਮਤਾ ਪਾਸ ਕੀਤਾ ਗਿਆ ਸੀ ਸਰਬਸੰਮਤੀ ਦੇ ਨਾਲ ਕਿ ਜਿਹੜੀ ਬੈਠਕ ਦੇ ਵਿੱਚ ਕਰਨ ਅਵਤਾਰ ਹੋਣਗੇ ਉਹਦੇ 'ਚ ਕੋਈ ਮੰਤਰੀ ਨਹੀਂ ਜਾਏਗਾ। ਫਿਰ ਅੱਜ ਕਿਸ ਤਰੀਕੇ ਦੀ ਤਸਵੀਰ ਨਜ਼ਰ ਆਈ ਹੈ? ਬਿਲਕੁਲ ਵਿਜੇਪਾਲ, ਉਹ ਜਿਹੜਾ ਮਤਾ ਸੀਗਾ ਦੋ ਗੱਲਾਂ ਨੂੰ ਲੈ ਕੇ ਸੀਗਾ। ਇੱਕ ਤਾਂ ਸੀਗਾ ਕਿ ਐਕਸਾਈਜ਼ ਪਾਲਿਸੀ ਜਿਹੜੀ ਹੈ ਉਹ ਸਾਰੇ ਫੈਸਲੇ ਜਿਹੜੇ ਨੇ ਉਹ
ਮੁੱਖ ਮੰਤਰੀ ਦੇ ਅਧਿਕਾਰ ਖੇਤਰ ਦੇ ਵਿੱਚ ਕਰ ਦਿੱਤੇ ਗਏ ਸੀਗੇ। ਔਰ ਦੂਸਰਾ, ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਇੱਕ ਗੱਲ ਸਾਫ਼ ਕੀਤੀ ਸੀਗੀ, ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਵੀ ਨਿਊਜ਼ 18 ਤੇ ਉਹੀ ਗੱਲਬਾਤ ਸਾਫ਼ ਕੀਤੀ ਸੀਗੀ ਕਿ ਅਗਰ ਕੋਈ ਕੈਬਨਿਟ ਦੀ ਬੈਠਕ ਹੁੰਦੀ ਹੈ ਜਾਂ ਕਿਸੇ ਤਰੀਕੇ ਦੀ ਵੀ ਕੋਈ ਬੈਠਕ ਹੁੰਦੀ ਹੈ ਤਾਂ ਉਸ ਦਾ ਹਿੱਸਾ ਇਹ ਦੋ ਮੰਤਰੀ ਨਹੀਂ ਰਹਿਣਗੇ। ਹਾਲਾਂਕਿ ਬਾਕੀ ਮੰਤਰੀਆਂ ਦਾ ਰਵੱਈਆ ਕਿਸ ਤਰੀਕੇ ਦਾ ਰਹੇਗਾ, ਕਿਉਂਕਿ ਉਸ ਤੋਂ ਬਾਅਦ ਇੱਕ ਤਸਵੀਰ ਵਿਜੇਪਾਲ ਇਹ ਵੀ ਦੇਖੀ ਸੀ ਕਿ ਚੰਨੀ ਵਰਸਸ ਤ੍ਰਿਪਤ ਬਾਜਵਾ ਹੋ ਗਿਆ ਸੀ, ਇੱਕ ਦੂਸਰੇ ਨੂੰ ਧਮਕੀ ਦੇਣ ਦਾ ਵੀ ਮਸਲਾ ਉੱਠਿਆ ਸੀਗਾ। ਤਾਂ ਵੱਖੋ ਵੱਖ ਰਾਏ ਆ ਔਰ ਇਸੇ ਵਜ੍ਹਾ ਕਰਕੇ ਕੈਬਨਿਟ 'ਚ ਇੱਕ ਰਾਏ ਨਹੀਂ ਹੈ। ਤਾਂ ਅੱਜ ਜਿਹੜੇ ਭਰਤ ਭੂਸ਼ਣ ਆਸਨ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਜੁੜੇ, ਕਿਉਂਕਿ ਉਹਨਾਂ ਨੂੰ ਇਸ ਗੱਲ ਨੂੰ ਸਮਝਦੇ ਨੇ ਕਿ ਸਰਕਾਰ ਚਲਾਉਣ ਦੇ ਲਈ ਅਧਿਕਾਰੀ ਦਾ ਹੋਣਾ ਜ਼ਰੂਰੀ ਹੈ, ਕਿਉਂਕਿ ਇੱਕ ਕਾਰ ਦੇ ਦੋ ਪਹੀਏ ਨੇ, ਅਧਿਕਾਰੀ ਵਰਸਸ ਮਿਨਿਸਟਰ। ਹਾਲਾਂਕਿ ਈਗੋ ਪ੍ਰੋਬਲਮ ਇਸ ਵੇਲੇ ਜ਼ਰੂਰ ਚੱਲ ਰਹੀ ਹੈ, ਲੇਕਿਨ ਕੱਲ ਨੂੰ ਅਗਰ ਕੈਬਨਿਟ ਦੀ ਬੈਠਕ ਸੱਦੀ ਜਾਂਦੀ ਹੈ ਤਾਂ ਕੀ ਉਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਜਾਂ ਮਨਪ੍ਰੀਤ ਸਿੰਘ ਬਾਦਲ ਸ਼ਾਮਲ ਹੋਣਗੇ? ਅਗਰ ਕਰਨ ਅਵਤਾਰ ਹੋਰੀ ਚੀਫ ਸੈਕਟਰੀ ਇਸ ਬੈਠਕ ਦਾ ਹਿੱਸਾ ਬਣਦੇ ਨੇ ਤਾਂ ਇਹ ਤਸਵੀਰ ਹਲੇ ਤੱਕ ਸਾਫ਼ ਨਹੀਂ ਹੈ। ਲੇਕਿਨ ਅੱਜ ਦੀ ਬੈਠਕ ਦੇ ਵਿੱਚ ਦੋ ਮੰਤਰੀ ਦੇ ਨਾਲ ਹਾਲਾਂਕਿ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਬੈਠਕ ਸੀਗੀ ਤਾਂ ਚੀਫ ਸੈਕਟਰੀ ਵੀ ਜਿਹੜੇ ਨੇ ਉਹ ਮੌਜੂਦ ਰਹੇ ਨੇ। ਧੰਨਵਾਦ ਪੰਕਜ ਇਸ ਪੂਰੀ ਜਾਣਕਾਰੀ ਦੇ ਲਈ। ਤਾਂ ਮੰਤਰੀ ਜ਼ਰੂਰ ਮੌਜੂਦ ਰਹੇ ਨੇ, ਕਿਉਂਕਿ ਜ਼ਿਆਦਾ ਚਰਚਾ ਮਨਪ੍ਰੀਤ ਬਾਦਲ ਜਾਂ ਚਰਨਜੀਤ ਚੰਨੀ ਹੋਰਾਂ ਦੀ ਹੋ ਰਹੀ ਸੀ, ਉਹ ਇਹਨਾਂ ਬੈਠਕਾਂ ਦੇ ਵਿੱਚ ਨਹੀਂ ਨੇ, ਜਾਂ ਕੈਬਨਿਟ ਮੀਟਿੰਗ ਦਾ ਜ਼ਿਕਰ ਹੋਇਆ ਸੀ ਜਿਸ ਬਾਰੇ ਕਿਹਾ ਸੀ। ਬਾਕੀ ਮੰਤਰੀਆਂ ਨੇ ਇਸ ਬਾਰੇ ਸਿੱਧਾ ਸ਼ਾਮਲ ਹੋਣਾ ਜਾਂ ਨਹੀਂ ਹੋਣਾ ਇਸ ਬਾਰੇ ਬਿਆਨ ਨਹੀਂ ਦਿੱਤਾ ਸੀ। ਸ਼ਾਇਦ ਉਸੇ ਚੀਜ਼ ਨੂੰ ਲੈ ਕੇ ਅੱਜ ਇਹ ਮੀਟਿੰਗ 'ਚ ਸ਼ਾਮਲ ਹੋਣ ਕਿ ਕਿਸੇ ਨੇ ਕੁਝ ਕਿਹਾ ਨਹੀਂ ਸੀ ਤਾਂ ਫਿਰ ਮੀਟਿੰਗ 'ਚ ਸ਼ਾਮਲ ਹੋਣ 'ਚ ਹਰਜ ਕੀ ਹੈ। ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਸਿਆਸਤ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਕਿ ਸਿੱਧਾ ਬਿਆਨ ਕਿਸ ਤਰੀਕੇ ਨਾਲ ਦਿੱਤਾ ਜਾਂਦਾ ਹੈ ਜਾਂ ਚੁੱਪ ਰਹਿ ਕੇ ਜਿਹੜੇ ਮਸਲੇ ਨੇ ਉਹ ਕਿਸ ਤਰੀਕੇ ਨਾਲ ਵਿਚਾਰੇ ਜਾਂਦੇ ਨੇ ਜਾਂ ਅੱਗੇ ਵਧਾਏ ਜਾਂਦੇ ਨੇ। ਇਹ ਇੱਕ ਸਿਆਸੀ ਤਸਵੀਰ ਹੁੰਦੀ ਹੈ ਜਿਹੜੀ ਇਹੋ ਜਿਹੇ ਮੌਕੇ ਤੇ ਨਜ਼ਰ ਆਉਂਦੀ ਹੈ। ਤੇ ਉਧਰ ਇਸ ਰਿਵਿਊ ਮੀਟਿੰਗ ਤੇ ਅਕਾਲੀ ਦਲ ਨੇ ਤੰਜ ਕੱਸਿਆ ਹੈ। ਉਹਨਾਂ ਕਿਹਾ ਹੈ ਕਿ ਜਿਹੜੇ ਮੰਤਰੀ ਮੀਟਿੰਗ 'ਚ ਸ਼ਾਮਲ ਹੋਏ ਉਹ ਅਸਤੀਫਾ ਦੇਣ। ਮੁੱਖ ਮੰਤਰੀ ਨੇ ਸਪਸ਼ਟ ਕੀਤਾ, ਉਹਨਾਂ ਕਿਹਾ ਹੈ ਕਿ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਮੰਤਰੀਆਂ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਮੀਟਿੰਗ 'ਚ ਸ਼ਾਮਲ ਹੋਏ ਸੀ। ਮੰਤਰੀਆਂ ਤੇ ਸੀਐਸ ਵਿਚਾਲੇ ਬਹਿਸ ਹੋਈ ਸੀ, ਜਿਵੇਂ ਅਸੀਂ ਜ਼ਿਕਰ ਕਰ ਰਹੇ ਹਾਂ। ਮੰਤਰੀਆਂ ਨੇ ਸੀਐਸ ਦਾ ਬਾਈਕਾਟ ਕੀਤਾ ਸੀ, ਬਕਾਇਦਾ ਇੱਕ ਮਤਾ ਪਾਸ ਕੀਤਾ ਗਿਆ ਸੀ ਸੀਐਸ ਦੇ ਰਵੱਈਏ ਦੇ ਖਿਲਾਫ ਕਿ ਉਸ ਦੀ ਨਿੰਦਾ ਕੀਤੀ ਗਈ ਸੀ। ਔਰ ਮਨਪ੍ਰੀਤ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵੀ ਇਹ ਗੱਲ ਕਹੀ ਸੀ ਕਿ ਜਦੋਂ ਕਦੇ ਮੀਟਿੰਗ ਹੋਏਗੀ ਜਿਸ ਦੇ ਵਿੱਚ ਚੀਫ ਸੈਕਟਰੀ ਉਸ ਮੀਟਿੰਗ ਨੂੰ ਐਡਰੈਸ ਕਰਨਗੇ, ਉਸ ਮੀਟਿੰਗ ਦਾ ਉਹ ਹਿੱਸਾ ਨਹੀਂ ਬਣਨਗੇ। ਪਰ ਅੱਜ ਦੋ ਮੰਤਰੀਆਂ ਦੇ ਸ਼ਾਮਲ ਹੋਣ ਤੋਂ ਬਾਅਦ ਹੁਣ ਵਿਰੋਧੀ ਧਿਰ ਨੂੰ ਵੀ ਮੌਕਾ ਮਿਲ ਗਿਆ ਤੇ ਅਕਾਲੀ ਦਲ ਨੇ ਤੰਜ ਕੱਸਿਆ ਕਿ ਜਿਹੜੇ ਮੰਤਰੀ ਮੀਟਿੰਗ 'ਚ ਸ਼ਾਮਲ ਹੋਏ, ਪਹਿਲੀ ਗੱਲ ਤਾਂ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ। ਅਕਾਲੀ ਦਲ ਇਹ ਮੰਗ ਕਰ ਰਿਹਾ ਔਰ ਦੂਸਰੀ ਗੱਲ ਅਕਾਲੀ ਦਲ ਇਹ ਵੀ ਕਹਿ ਰਿਹਾ ਕਿ ਮੁੱਖ ਮੰਤਰੀ ਨੇ ਅੱਜ ਮੰਤਰੀਆਂ ਨੂੰ ਸ਼ੀਸ਼ਾ ਵਿਖਾ ਦਿੱਤਾ ਹੈ। ਤਾਂ ਫਿਰ ਕੈਬਨਿਟ ਨੂੰ ਬਾਇਜ਼ਤ ਅਸਤੀਫੇ ਦੇ ਦੇਣੇ ਚਾਹੀਦੇ। ਜਿਹੜੀ ਕੋਈ ਨਵੀਂ ਕੈਬਨਿਟ ਜਿਹੜੀ ਹੈਗੀ ਆ ਮੁੱਖ ਮੰਤਰੀ ਸਾਹਿਬ ਦੀ ਮਰਜ਼ੀ ਦੀ ਬਣ ਜਾਵੇ। ਇਹਨਾਂ ਦਾ ਭਰੋਸਾ ਨਹੀਂ ਰਿਹਾ ਮੁੱਖ ਮੰਤਰੀ ਸਾਹਿਬ ਨੂੰ, ਇਹਨਾਂ ਦੀ ਇੱਜ਼ਤ ਦਾ ਧਿਆਨ ਨਹੀਂ ਹੈ ਤੇ ਛੱਡ ਦੇਣ। ਅਸੀਂ ਤਾਂ ਇਹ ਕਹਿ ਸਕਦੇ ਵੀ ਇਦੋਂ ਵੱਧ ਹੋਰ ਕੀ ਹੋਣੀ ਹੈ, ਕਿਉਂਕਿ ਤੁਸੀਂ ਔਨ ਰਿਕਾਰਡ ਕਿਹਾ ਉੱਠ ਕੇ ਵੀ ਜੇ ਚੀਫ ਸੈਕਟਰੀ ਸਾਹਿਬ ਆਉਣਗੇ ਅਸੀਂ ਉਸ ਮੀਟਿੰਗ 'ਚ ਨਹੀਂ ਆਵਾਂਗੇ। ਤੇ ਹੁਣ ਚੀਫ ਸੈਕਟਰੀ ਸਾਹਿਬ ਬੈਠੇ ਆ ਤਾਂ ਹੁਣ ਅਸੀਂ ਤਾਂ ਇਹ ਕਹਾਂਗੇ ਵੀ ਭਾਈ ਇਦੋਂ ਵੱਧ ਨਾ ਕਰਾਓ। ਹੁਣ ਬੜੀ ਹੋ ਗਈ ਹੈ, ਕੈਬਨਿਟ ਮਿਨਿਸਟਰ ਦੀ ਬੜੀ ਵੱਡੀ ਇੱਜ਼ਤ ਹੁੰਦੀ ਹੈ ਤੇ ਘੱਟੋ ਘੱਟ ਉਹਦੀ ਇੱਜ਼ਤ ਰੱਖੋ, ਉਸ ਅਹੁਦੇ ਦੀ। ਆਪਣਾ ਛੱਡ ਦਿਓ।